ਨਾਲ ਲੈ ਕੇ ਚੱਲਣਾ ਹੈ। ਸੋ ਉਸ ਦੇ ਵਾਸਤੇ ਅਸੀਂ ਤੁਹਾਡੇ ਕੋਲ ਅੱਜ ਆਏ ਹਾਂ ਔਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹ ਅਸੀਂ ਆਪ ਜੀ ਦੀ ਇਜਾਜ਼ਤ ਹੋਵੇ, ਮਹਾਂਪੁਰਖਾਂ ਦੀ ਇਜਾਜ਼ਤ ਹੋਵੇ ਤਾਂ ਪ੍ਰੈਸ ਨੋਟ ਪੜ੍ਹ ਲਈਏ। ਦਾਸ ਤੁਹਾਡੇ ਸਾਹਮਣੇ ਸੰਤ ਸਤਿੰਦਰ ਹੀਰਾ, ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਪ ਧਰਮ ਮਿਸ਼ਨ ਰਜਿਸਟਰ ਭਾਰਤ। ਅੱਜ ਦੀ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਇਹ ਇੱਕ ਦੋਸ਼ ਲਾ ਰਹੇ ਹਾਂ ਕਿ ਕੁਝ ਸ਼ਰਾਰਤੀ ਅਨਸਰ ਹੈ ਜਿਹੜੇ ਗੁਰਦਾਸ ਮਹਾਰਾਜ ਦੇ ਨਾਂ ਤੇ ਗੁਰੂ ਘਰ ਉਸਾਰਨ ਲਈ ਸਾਡੀ ਨਿੱਜੀ ਜ਼ਮੀਨ ਤੋਂ ਭਾਵ ਹੈ ਕਿ ਜਿਹੜੇ 12 ਲੋਕ ਜਿਨ੍ਹਾਂ ਦੇ ਨਾਂ ਤੇ ਉਹ ਜ਼ਮੀਨ ਹੈ, ਜਿਸ ਦੇ ਵਿੱਚ ਮੇਰੀ ਧਰਮਪਤਨੀ ਬੈਠੀ ਹੈ ਪੂਨਮ ਹੀਰਾ, ਇਸ ਦੇ ਨਾਂ ਤੇ ਵੀ ਉਹ 4 ਕਿੱਲੇ ਜ਼ਮੀਨ ਹੈ। ਉਹ ਸਾਡੇ ਨਿੱਜੀ ਜ਼ਮੀਨ ਜੋ ਕਿ ਪੂਨਮ ਹੀਰਾ ਅਤੇ ਅਸ਼ਵਨੀ ਕੁਮਾਰ ਪੁੱਤਰ ਧਰਮਪਾਲ, ਚੰਨਣ ਕੌਰ ਪਤਨੀ ਰਾਮ ਆਸਰਾ, ਰਤਨ ਚੰਦ ਪੁੱਤਰ ਬੰਤਾਰਾਮ, ਵਿਜੇ ਕੁਮਾਰ ਪੁੱਤਰ ਸੁਰਿੰਦਰ ਕੁਮਾਰ। ਬਾਬਾ ਜੀ ਪ੍ਰੈਸ ਕੋਡ ਅਸੀਂ ਪੜ੍ਹ ਲੈਣਾ, ਤੁਸੀਂ ਗੱਲ ਦੱਸੋ ਜਿਹੜੀ ਜਿੱਦਾਂ ਇਹਦੇ ਦੱਸ ਕੋਈ ਵੀ 2 ਮਿੰਟ ਨਾਲ ਕੀ ਫਰਕ ਪੈਂਦਾ ਹੈ ਜੀ। ਮੋਨਕਾ ਹੀਰਾ, ਨਾਨਕ ਸਿੰਘ ਪੁੱਤਰ ਬੱਚਾ, ਬਲਜੀਤ ਕੌਰ ਪਤਨੀ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ, ਸਰਬਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਦੇ ਨਾਂ ਤੇ ਜ਼ਮੀਨ ਹੈ। ਪਿੰਡ ਖੁਰਾਲੀ ਦੇ ਵਿੱਚ ਹੈ ਤੇ ਜ਼ਿਲ੍ਹਾ ਤਹਿਸੀਲ ਗੜ੍ਹਸ਼ੰਕਰ ਹੈ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ, ਜਿਹਦਾ ਖਸਰਾ ਨੰਬਰ 364 ਹੈ। ਇਹ ਲਗਭਗ 113 ਕਨਾਲ ਭਾਵ ਕੇ ਇਹ 14 ਕਿੱਲੇ ਜ਼ਮੀਨ ਜਿਹੜੀ ਹੈ, ਇਹ 14 ਕਿੱਲੇ ਜ਼ਮੀਨ ਇੱਕ ਮੁਸ਼ਤਰਕਾ ਹੈ, ਸਾਂਝਾ ਕੋਟਾ ਹੈ, ਸਾਂਝੀ ਜ਼ਮੀਨ ਹੈ, ਜਿਸ ਦੇ ਵਿੱਚ ਕੁਝ ਮਤਲਬ ਜ਼ਬਰਦਸਤੀ ਜਿਹੜੇ ਹੈ ਕੁਝ ਲੋਕ ਹੈ, ਸ਼ਰਾਰਤੀ ਲੋਕ ਹੈ ਜਿਹੜੇ ਜ਼ਬਰਦਸਤੀ ਉਹਦੇ ਵਿੱਚ ਗੁਰੂ ਘਰ ਉਸਾਰਨਾ ਚਾਹੁੰਦੇ, ਭਾਵ ਕਿ ਗੁਰੂ ਦਾ ਨਾਮ ਵਰਤਣਾ ਚਾਹੁੰਦੇ। ਲੇਕਿਨ ਜ਼ਮੀਨ ਨਿੱਜੀ ਹੈ, ਉਸ ਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਹੈ ਕਿ ਉਹਦੇ ਵਿੱਚ ਗੁਰੂ ਘਰ ਉਸਾਰਿਆ ਜਾਵੇ, ਪਰ ਉਹ ਜਗ੍ਹਾ ਤੇ ਪਹਿਲਾਂ ਕੋਈ ਵੀ ਗੁਰੂ ਘਰ ਨਹੀਂ ਹੈ। ਉੱਥੇ ਪਹਿਲਾਂ ਉਹ ਪਹਾੜੀ ਹੈ, ਪਹਾੜੀ ਏਰੀਆ ਹੈ ਔਰ 113 ਕਨਾਲ ਹੈ, ਲੁੱਕ ਵਾਲੀ ਸੜਕ ਤੇ ਲੱਗਦਾ, ਪੱਕੀ ਸੜਕ ਤੇ ਹੈ, ਲੇਕਿਨ ਉੱਥੇ ਨੇੜੇ ਤੇੜੇ ਕਿਧਰੇ ਵੀ ਕੋਈ ਗੁਰੂ ਘਰ ਮਤਲਬ ਨਹੀਂ ਹੈ ਉਹਨਾਂ ਦਾ। ਤੇ ਉਹ ਉੱਥੇ ਕੋਸ਼ਿਸ਼ ਕਰ ਰਹੇ ਕਿ ਉੱਥੇ ਗੁਰੂ ਘਰ ਬਣੇ। ਉਹ ਫਿਰ ਤੁਹਾਨੂੰ ਅਸੀਂ ਆਡੀਓ ਸੁਣਾ ਦਾਂਗੇ, ਉਹਨਾਂ ਨੇ ਜੋ ਪਾਈ ਹੋਈ ਹੈ ਇਹਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਉੱਥੇ ਇਕੱਠੇ ਕਰਕੇ ਲਿਆਉਣ ਵਾਸਤੇ। ਉੱਥੇ ਉਹ ਗੁਰੂ ਘਰ ਉਸਾਰਨਾ ਚਾਹੁੰਦੇ ਆ। ਉੱਥੇ ਪਹਿਲਾਂ ਕੋਈ ਗੁਰੂ ਘਰ ਨਹੀਂ ਹੈ, ਲੋਕਾਂ ਨੂੰ ਭੜਕਾ ਕੇ ਸਾਡੇ ਖਿਲਾਫ ਗੁੰਮਰਾਹਕੁਨ ਪ੍ਰਚਾਰ ਕਰਕੇ ਤੇ ਸਾਡੇ ਅਕਸ ਨੂੰ ਖਰਾਬ ਕਰਨਾ ਚਾਹੁੰਦੇ, ਭਾਵ ਕਿ ਜਿਹੜਾ ਤੁਸੀਂ ਐਡਾ ਵੱਡਾ ਪ੍ਰੈਸ ਨੇ ਪ੍ਰਚਾਰ ਕਰਕੇ ਗੁਰਦਾਸ ਮਹਾਰਾਜ ਦਾ ਸਥਾਨ ਹੈ ਦੁਨੀਆ ਵਿੱਚ ਪਹੁੰਚਾਇਆ ਹੈ, ਜਿੱਥੇ ਅੱਜ ਲੱਖਾਂ ਲੋਕ ਰੋਜ਼ ਆ ਰਹੇ ਆ ਔਰ ਪ੍ਰੈਸ ਦਾ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਹੈ। 1983 'ਚ ਖੋਜ ਹੋਈ ਸੀ, ਲੇਕਿਨ ਤੁਸੀਂ ਪ੍ਰੈਸ ਨੇ 2009 ਦੇ ਵਿੱਚ ਉੱਥੇ ਇੱਕ ਵੀ ਬਾਥਰੂਮ ਨਹੀਂ ਸੀ, ਲੇਕਿਨ ਤੁਸੀਂ ਇਸ ਪ੍ਰੈਸ ਕਲੱਬ ਤੋਂ ਪ੍ਰਚਾਰ ਕਰਕੇ ਗੁਰੂ ਮਹਾਰਾਜ ਦਾ ਜੋ ਤੁਸੀਂ ਐਡਾ ਵੱਡਾ ਪ੍ਰਚਾਰ ਪ੍ਰਸਾਰ ਕੀਤਾ ਹੈ ਤੇ ਉਸ ਦੇ ਨਾਲ ਅੱਜ ਦੁਨੀਆ ਜਿੱਥੇ ਵਿਦੇਸ਼ਾਂ ਤੋਂ ਆ ਰਹੀ ਹੈ, ਉੱਥੇ ਮਹਾਰਾਸ਼ਟਰ ਤੋਂ, ਕੰਨਿਆ ਕੁਮਾਰੀ ਤੋਂ ਭਾਵ ਕੇ ਲਗਭਗ ਸਾਰੇ ਸੂਬਿਆਂ ਤੋਂ ਆ ਰਹੀ ਹੈ। ਔਰ ਉਸ ਸਥਾਨ ਤੇ ਚੜ੍ਹਦੀ ਕਲਾ ਤੇਜ਼ੀ ਨਾਲ ਹੋ ਰਹੀ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਰੋਕਣ ਵਾਸਤੇ ਇਹ ਕੁਝ ਕੀਤਾ ਜਾ ਰਿਹਾ। ਅਸੀਂ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕਰਦੇ ਹਾਂ ਕਿ ਉਹ ਇਸ ਕੰਮ ਤੋਂ ਬਾਜ਼ ਆ ਜਾਣ, ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਉਹ ਸਾਡੀ ਨਿੱਜੀ ਜ਼ਮੀਨ ਵਿੱਚ ਜਬਰੀ ਗੁਰੂ ਘਰ ਨਹੀਂ ਉਸਾਰ ਸਕਦੇ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰਾਂ ਵੱਲੋਂ ਸਾਡੇ ਖਿਲਾਫ ਕਈ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹਨਾਂ ਸ਼ਰਾਰਤੀ ਅੰਸਰਾਂ ਤੋਂ ਸਾਡੀ ਜਾਨ ਅਤੇ ਮਾਲ ਨੂੰ ਖਤਰਾ ਹੈ। ਅਸੀਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰੀ ਖਰਚੇ ਤੇ ਸਾਡੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਰਾਰਤੀ ਅੰਸਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ ਅਤੇ ਪੰਜਾਬ ਦਾ ਮਾਹੌਲ ਸ਼ਾਂਤੀਪੂਰਨ ਬਣਿਆ ਰਹੇ। ਇਸ ਮੌਕੇ ਤੇ ਸਾਡੇ ਨਾਲ ਸਾਡੇ ਸੰਤ ਮਹਾਰਾਜ ਜੀ, ਸੰਤ ਬਾਬਾ ਸਰਵਨਦਾਸ ਜੀ ਮਹਾਰਾਜ ਜਿਹੜੇ ਰਾਸ਼ਟਰੀ ਪ੍ਰਧਾਨ ਹੈ ਆਪ ਧਰਮ ਸਾਧੂ ਸਮਾਜ ਭਾਰਤ ਦੇ, ਅਤੇ ਉਹਨਾਂ ਦੇ ਨਾਲ ਸਾਡੇ ਇੱਧਰ ਬੈਠੇ ਹੈ ਕੌਮੀ ਕੈਸ਼ੀਅਰ ਸ਼੍ਰੀਮਾਨ ਅਮਿਤ ਕੁਮਾਰ ਜੀ ਪਾਲ, ਇਹਨਾਂ ਦੇ ਨਾਲ ਸਾਡੇ ਬਾਬਾ ਜੀ ਦੇ ਨਾਲ ਬੈਠੇ ਹੈ ਸ਼੍ਰੀ ਚਰਨ ਛੋਹ ਗੰਗਾ ਦੇ ਜਨਰਲ ਸਕੱਤਰ ਸੰਤ ਬਲਬੀਰ ਧਾਂਦਰਾ ਜੀ, ਸਾਡੇ ਉਹਨਾਂ ਦੇ ਨਾਲ ਬੈਠੇ ਹੈ ਸ਼੍ਰੀਮਾਨ ਵੀਰ ਚੰਦ ਜੀ ਸੁਰੀਲਾ, ਜਿਨ੍ਹਾਂ ਨੂੰ ਤੁਸੀਂ ਇੱਥੇ ਜਾਣਦੇ ਹੋ ਕਿ ਉਹ ਇੱਕ ਪ੍ਰਧਾਨ ਹੈ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ ਪੰਜਾਬ ਦੇ, ਅਤੇ ਆਪ ਧਰਮ ਪੱਤਰਿਕਾ ਜੋ ਸਾਡੇ ਵੱਲੋਂ ਮਿਸ਼ਨ ਵੱਲੋਂ ਕੱਢੀ ਜਾਂਦੀ ਹੈ ਉਸ ਦੇ ਸੰਪਾਦਕ ਵੀ ਹੈ, ਔਰ ਸ਼੍ਰੀ ਚਰਨ ਛੋਹ ਗੰਗਾ ਦੇ ਸੀਨੀਅਰ ਮੈਂਬਰ ਵੀ ਹਨ। ਇਸੇ ਤਰ੍ਹਾਂ ਸਾਡੇ ਵਿੱਚ ਸਾਡੇ ਸਭ ਤੋਂ ਅਖੀਰ ਤੇ ਬੈਠੇ ਸ਼੍ਰੀਮਾਨ ਹੁਕਮ ਚੰਦ ਜੀ ਜਿਹੜੇ ਪ੍ਰਚਾਰਕ ਹੈ ਮਾਲਵਾ ਜ਼ੋਨ ਦੇ, ਔਰ ਇਹ ਜੈਤੋਂ ਤੋਂ ਹੈ। ਉਹਨਾਂ ਦੇ ਨਾਲ ਸਾਡੇ ਭੈਣ ਜੀ ਜਿਹੜੇ ਕਿ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਫ੍ਰੀ, ਜਿੱਥੇ ਕਿਤੇ ਸਾਨੂੰ ਆਰਕੀਟੈਕਟ ਦਾ ਕੰਮ ਪੈਂਦਾ ਹੈ, ਮਿਸ਼ਨ ਜਿੱਥੇ ਵੀ ਜਾ ਰਿਹਾ ਹੈ
ਉੱਥੇ ਇਹ ਸੇਵਾਵਾਂ ਪਾਉਂਦੇ ਆ ਔਰ ਆਲ ਇੰਡੀਆ ਧਰਮ ਮਿਸ਼ਨ ਨੂੰ ਸਪੋਰਟ ਕਰਦੇ ਆ। ਭੈਣ ਸੰਤੋਸ਼ ਕੁਮਾਰੀ ਜੀ ਅਤੇ ਨਾਰੀ ਫਾਊਂਡੇਸ਼ਨ ਦੇ ਇਹ ਪ੍ਰਧਾਨ ਵੀ ਹੈ ਔਰ ਉਹਨਾਂ ਦੇ ਨਾਲ ਸ਼੍ਰੀਮਤੀ ਪੂਨਮ ਹੀਰਾ ਜੀ, ਜਿਹੜੀ ਉਸ 113 ਕਨਾਲਾਂ ਹੈ ਉਹਨਾਂ ਦੇ ਵਿੱਚੋਂ ਜੋ ਹੈ ਇੱਕ ਹਿੱਸਾ ਇਹਨਾਂ ਦਾ ਵੀ ਹੈ ਜੋ ਇਹਨਾਂ ਦੇ ਨਾਂ ਤੇ ਹੈ। ਔਰ ਇਹਨਾਂ ਨੇ ਉਸ ਜ਼ਮੀਨ ਦੀ ਇੱਕ ਡਿਗਰੀ ਹੋਈ ਹੈ ਅਦਾਲਤ ਵੱਲੋਂ ਕਿ ਇਹ ਜ਼ਮੀਨ ਦੀ ਨਾ ਤਾਂ ਨੇਚਰ ਕੀ ਬਦਲੀ ਜਾ ਸਕਦੀ ਹੈ ਔਰ ਨਾ ਹੀ ਜੋ ਹੈ ਇਸ ਦੇ ਉੱਤੇ ਉਸਾਰੀ ਕੀਤੀ ਜਾ ਸਕਦੀ ਹੈ ਔਰ ਨਾ ਹੀ 113 ਕਨਾਲਾਂ ਦੇ ਵਿੱਚੋਂ ਜੋ ਪੂਨਮ ਹੀਰਾ ਦਾ ਪੋਜੈਸ਼ਨ ਹੈ ਉਹਨੂੰ ਹਟਾਇਆ ਜਾ ਸਕਦਾ ਹੈ। ਇਹ ਤੁਸੀਂ ਇਸ ਦੀ ਵੀ ਫੋਟੋਕਾਪੀ ਲੈ ਸਕਦੇ ਹੋ। ਅਸੀਂ ਆਪ ਜੀ ਦੇ ਰਾਹੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਕੋਰਟ ਦੇ ਆਰਡਰ ਕੋ ਕੇਸ ਵਗੈਰਾ ਚੱਲਿਆ ਸੀਗਾ ਜੀ ਬਾਬਾ ਜੀ, ਜਿਹੜੇ ਬੰਦੇ ਇਹਦੇ ਉੱਤੇ ਕਬਜ਼ਾ ਕਰ ਰਹੇ ਉਹ ਕੌਣ ਆ? ਕਬਜ਼ਾਧਾਰ ਉਹ ਹੈਗੇ ਹੈ ਕਬਜ਼ਾਧਾਰੀਆਂ ਦੇ ਨਾਂ ਹੈਗੇ ਹੈ ਕਬਜ਼ਾਧਾਰੀਆਂ ਦੇ ਨਾਂ ਹੈਗੇ ਹੈ। ਸਭ ਤੋਂ ਪਹਿਲਾਂ ਹੈ ਰਾਜ ਕੁਮਾਰ ਜੀ ਫਲੋਰ ਤੋਂ ਹੈ, ਰਾਜ ਕੁਮਾਰ ਜੀ ਫਲੋਰ ਤੋਂ। ਉਸ ਤੋਂ ਬਾਅਦ ਚਰਨਦਾਸ ਜੀ ਲੁਧਿਆਣਾ ਤੋਂ, ਪਰਮਜੀਤ ਜੀ ਮਹਾਲੋਂ ਪਿੰਡ ਮਹਾਲੋਂ ਨਵਾਂ ਸ਼ਹਿਰ ਤੋਂ, ਰਮੇਸ਼ ਥਾਂਦੀਆਂ ਪਿੰਡ ਹੈ ਬੰਗਿਆਂ ਦੇ ਕੋਲ, ਔਰ ਇੱਕ ਹੈ ਸਤਪਾਲ ਸਾਨੋ ਜੀ, ਇਹ ਪਿੰਡ ਹੈ ਸਾਨੋ ਨਵੇਂ ਸ਼ਹਿਰ ਪੈਂਦਾ। ਰਾਜਕੁਮਾਰ ਸੰਧੂ ਨੇ ਰਾਜ ਕੁਮਾਰ ਇਹ ਹੈ ਸਭ ਤੋਂ ਪਹਿਲਾ ਨਾਮ। ਸੰਧੂ ਨੇ ਨਾ? ਨਹੀਂ, ਸੰਧੂ ਨਹੀਂ ਹੈ, ਰਾਜ ਕੁਮਾਰ ਫਲੋਰ ਤੋਂ ਹੈ। ਫਲੋਰ ਤੋਂ ਸੰਧੂ ਰਾਜਕੁਮਾਰ ਸੰਧੂ ਨਹੀਂ ਹੈ, ਰਾਜ ਕੁਮਾਰ ਇਹ ਨੂਰਮਹਿਲ ਰੋਡ ਤੇ ਰਹਿੰਦੇ ਆ, ਇਹਨਾਂ ਦਾ ਘਰ ਹੈ। ਇਹ ਬਾਬਾ ਜੀ ਇਹਨਾਂ ਦਾ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਜਾਂ ਕਿੱਦਾਂ ਕੀ ਮਤਲਬ? ਨੂੰ ਚਾਹੀਦਾ ਹੈ ਕਿ ਉਹ ਪਤਾ ਕਰੇ ਕਿ ਕਰ ਸਕੀਏ ਕਿ ਉਹ ਕਿਉਂ ਕਰ ਰਹੇ ਹੈ। ਵੱਡਾ ਕੋਈ ਲੈਣ ਦੇਣ ਜਾਂ ਸਾਡਾ ਮਿਸ਼ਨ ਦਾ ਕੋਈ ਲੈਣ ਦੇਣ ਨਹੀਂ ਹੈ। ਸ਼੍ਰੀ ਚਰਨ ਚੌਕ ਗੰਗਾ ਸੱਚਖੰਡ ਕੁਰਾਲਗੜ੍ਹ ਕੌਣ ਆ ਇਹ ਵੀ ਨਹੀਂ ਪਤਾ ਹਾਂਜੀ, ਇਹ ਬੰਦੇ ਹੈ ਕੌਣ ਆ? ਬੰਦੇ ਨਾਂ ਦਾ ਉਹ ਅਦਾਲਤ ਦੇ ਵਿੱਚ ਜੋ ਉਹਨਾਂ ਨੂੰ ਚੈਲੰਜ ਕੀਤਾ ਗਿਆ ਅਦਾਲਤ ਦੇ ਰਾਹੀਂ ਉਹ ਆਉਣ ਔਰ ਆਪਣਾ ਬਜਰੀਆ ਪੁਲਿਸ ਦੇ ਆਪਣਾ ਕਬਜ਼ਾ ਲੈਣ, ਨਾ ਕਿ ਜਾ ਕੇ ਜ਼ਮੀਨ ਦੇ ਉੱਤੇ ਧੱਕੇ ਨਾਲ ਇੱਟਾਂ ਸਿੱਟਣ। ਜਿਹੜੇ ਤੁਸੀਂ ਆਰਡਰ ਦਿਖਾ ਰਹੇ ਹੋ ਕੋਰਟ ਦੇ, ਇਹ ਉਹ ਕੇਸ ਚੱਲਿਆ ਸੀ, ਤੁਸੀਂ ਕੀਤਾ ਸੀ, ਉਹਨਾਂ ਨੇ ਕੀਤਾ ਸੀ? ਕਦੋਂ ਦਾ ਕੇਸ ਹੈ, ਕਦੋਂ ਦੇ ਆਰਡਰ ਨੇ, ਕਦੋਂ ਦੀ ਜਜਮੈਂਟ ਹੈ? ਇਹ ਜਿਹੜਾ ਕੇਸ ਹੈ ਇਹਦੀ ਫੋਟੋਕਾਪੀ ਲੈ ਲਓ ਜੀ ਠੀਕ ਹੈ। ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ। ਇਹਦੀ ਤੁਸੀਂ WhatsApp ਲੈ ਸਕਦੇ ਹੋ ਔਰ ਇਹਦੇ ਵਿੱਚ ਆਰਡਰ ਹੈ। 3 ਚੀਜ਼ਾਂ ਮੈਂ ਪੜ੍ਹ ਕੇ ਦੱਸ ਸਕਦਾ ਸਮੇਂ ਅਨੁਸਾਰ, ਕਿਉਂਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ। ਸਾਰਾ ਆਰਡਰ ਪੜ੍ਹਾਂਗੇ ਤਾਂ ਬਹੁਤ ਟਾਈਮ ਲੱਗ ਜਾਏਗਾ। ਇਹਦੇ ਵਿੱਚ 3 ਚੀਜ਼ਾਂ ਜਿਹੜੀਆਂ ਮੇਨ ਹੈ ਜੋ ਉਹਨਾਂ ਨੇ ਡਾਇਰੈਕਟ ਕੀਤਾ ਜੱਜ ਸਾਹਿਬ ਨੇ, ਉਹਨਾਂ ਨੇ ਕਿਹਾ ਇੱਕ ਤਾਂ ਇਹ ਜਗ੍ਹਾ ਦੀ ਨੇਚਰ ਨਹੀਂ ਚੇਂਜ ਹੋਈ, ਜਿਸ ਤਰ੍ਹਾਂ ਹੈ ਉਹਦੇ ਤੇ ਕੋਈ ਕਲਟੀਵੇਸ਼ਨ ਨਹੀਂ ਹੋ ਸਕਦਾ, ਉਹਦੇ ਤੇ ਕੋਈ ਖੇਤੀਬਾੜੀ ਨਹੀਂ ਹੋ ਸਕਦੀ, ਉਹਨੂੰ ਕੋਈ ਉੱਚਾ ਨੀਵਾਂ ਨਹੀਂ ਕੀਤਾ ਜਾ ਸਕਦਾ। ਦੂਸਰਾ ਹੈ ਇਹਦੇ ਉੱਤੇ ਉਸਾਰੀ ਨਹੀਂ ਹੋ ਸਕਦੀ, ਕੰਸਟਰਕਸ਼ਨ ਨਹੀਂ ਹੋ ਸਕਦੀ ਕਿਸੇ ਤਰ੍ਹਾਂ ਦੀ। ਤੀਜਾ ਹੈ ਕਿ 113 ਕਨਾਲਾਂ ਦੇ ਵਿੱਚ ਪੂਨਮ ਹੀਰਾ ਦਾ ਹਿੱਸਾ ਹੈ, ਮੁਸ਼ਤਰਕਾ ਜ਼ਮੀਨ ਹੈ। 113 ਕਨਾਲਾਂ ਦੇ ਵਿੱਚ ਉਹਦੀ ਜ਼ਮੀਨ ਪੈਂਦੀ ਹੈ, ਉਹ 113 ਕਨਾਲਾਂ ਵਿੱਚੋਂ ਇਹਨੂੰ ਕੱਢਿਆ ਨਹੀਂ ਜਾ ਸਕਦਾ ਜਦੋਂ ਤੱਕ ਤਕਸੀਮ ਨਹੀਂ ਹੁੰਦੀ ਬਰਾਬਰ। ਇਹ ਕੇਸ ਤੁਸੀਂ ਕੀਤਾ ਸੀ ਕਿ ਦੂਜੀ ਅਸੀਂ ਨਹੀਂ ਕੀਤਾ, ਪੂਨਮ ਹੀਰਾ ਨੇ ਕੀਤਾ, ਜਿਹਦੀ ਜ਼ਮੀਨ ਹੈ, ਜ਼ਮੀਨ ਹੈ ਜੀ? ਜਿਹਦੀ ਜ਼ਮੀਨ ਹੈ ਉਹਨੇ ਕੇਸ ਕੀਤਾ। ਪੂਨਮ ਹੀਰਾ ਆਲ ਇੰਡੀਆ ਆਰਟ ਪਰਮਿਸ਼ਨ ਨੇ ਕੇਸ ਨਹੀਂ ਕੀਤਾ। ਸ਼੍ਰੀ ਚਰਨ ਛੋਹ ਗੰਗਾ ਗੁਰਦਾਸ ਮਹਾਰਾਜ ਇਤਿਹਾਸਕ ਸਥਾਨ ਨੇ ਕੇਸ ਨਹੀਂ ਕੀਤਾ। ਇਹ ਜ਼ਮੀਨ ਕਦੋਂ ਖਰੀਦੀ ਸੀ ਪੂਨਮ ਹੀਰਾ ਜੀ? ਇਹ ਕੋਈ ਲਗਭਗ 2012 ਜਾਂ 13 ਦੇ ਵਿੱਚ ਖਰੀਦੀ ਗਈ ਹੋਊਗੀ। ਪੂਨਮ ਹੀਰਾ ਦੀ ਜਗ੍ਹਾ ਕਿੰਨੀ ਹੈ? ਇਹ ਹੈਗੀ ਜੀ 3 ਕਿੱਲੇ। ਜਿਹੜੇ ਤੁਹਾਡੇ ਸਾਰੇ ਮੈਂਬਰ ਹੈ ਜਿਨ੍ਹਾਂ ਦਾ ਹਿੱਸਾ ਹੈਗਾ ਸਾਰੇ ਆਏ ਹੋਏ ਇੱਥੇ? ਸਿਰਫ ਜੇ ਤਾਂ ਅਸੀਂ ਉਹਨੂੰ ਲੈ ਕੇ ਆਏ ਜਿਹਦੇ ਕੋਲ ਕੋਰਟ ਦਾ ਕੇਸ ਹੈ, ਜਿਹਨੇ ਡਿਗਰੀ ਲਈ ਹੋਈ ਹੈ। ਇਹ ਤੇ ਨਹੀਂ ਲੱਗਦਾ ਤੁਹਾਨੂੰ ਕਿ ਉਹਨੇ ਆਪਣੀ ਮਰਜ਼ੀ ਨਾਲ ਉਹਨੂੰ ਕਿਸੇ ਨੂੰ ਦੇ ਦਿੱਤੀ ਹੋਵੇ? ਕਿੰਨਾ ਨਹੀਂ, ਜਿਹੜਾ ਹਿੱਸਾ ਕਿਸੇ ਦਾ ਬੰਦਾ ਉਹਨੇ ਆਪਣਾ ਦਾਨ ਕਰ ਦਿੱਤਾ ਹੋਵੇ? ਨਹੀਂ ਦਾਨ ਕਰ ਸਕਦੇ, ਇਹ ਵੀ ਕਰ ਸਕਦੀ ਹੈ, ਲੇਕਿਨ ਮੇਰੀ ਜ਼ਮੀਨ ਨਹੀਂ ਕਰ ਸਕਦੀ, ਤੁਹਾਡੀ ਜ਼ਮੀਨ ਨਹੀਂ ਕਰ ਸਕਦੀ। ਦਾਨ ਜਿਹਦੀ ਵੀ ਜ਼ਮੀਨ ਉਹ ਦਾਨ ਕਰ ਸਕਦਾ ਹੈ, ਪਰ ਦੂਜੇ ਦੀ ਜ਼ਮੀਨ ਹਾਂ ਆਪਣਾ ਹਿੱਸਾ ਕਰ ਸਕਦਾ ਹੈ। ਉਹਨੇ ਕੀ ਪਤਾ ਜਿਹੜਾ ਮੈਂਬਰ ਨਹੀਂ ਆਇਆ ਉਹਨੇ ਆਪਣਾ ਹਿੱਸਾ ਦਾਨ ਕਰ ਦਿੱਤਾ ਹੋਵੇ? ਨਹੀਂ, ਜੇ ਦਾਨ ਕੀਤਾ ਤਾਂ ਕੋਰਟ ਵਿੱਚ ਪੇਸ਼ ਕਰ ਦੇਣਾ ਚਾਹੀਦਾ ਹੈ। ਇਹ ਆਰਡਰ ਹੈ, ਉਹ ਲਿਆ ਕੇ ਪੇਸ਼ ਕਰੇ, ਅਦਾਲਤ ਨੂੰ ਦਿਖਾਵੇ ਵੀ ਆ ਮੇਰੇ ਕੋਲ ਕਾਗਜ਼ ਹੈਗੇ ਹੈ, ਮੇਰੀ ਜ਼ਮੀਨ ਹੈ, ਮੈਨੂੰ ਦਵਾਈ ਜਾਵੇ। ਰਾਤ ਨੂੰ ਨਾ ਅੰਧੇਰੇ ਦੇ ਵਿੱਚ ਜਾ ਕੇ ਉੱਥੇ ਇੱਟਾਂ ਸਿੱਟ ਕੇ ਤੇ ਕੰਸਟਰਕਸ਼ਨ ਸ਼ੁਰੂ ਕਰ ਦਿੱਤੀ ਜਾਵੇ। ਸ਼ਨੀਵਾਰ ਲਾਸਟ ਤੁਸੀਂ ਇਹਦੇ ਬਾਬਤ ਕੋਈ ਕੰਪਲੇਂਟ ਦਿੱਤੀ ਹੈ ਪ੍ਰਸ਼ਾਸਨ ਨੂੰ? ਅਸੀਂ ਕੰਪਲੇਂਟ ਨਹੀਂ ਕੀਤੀ, ਸਾਡੀ ਸਿਰਫ ਸਮੱਸਿਆ ਹੈ ਅਸੀਂ ਕਿਉਂ ਆਏ ਹਾਂ। ਪ੍ਰੈਸ ਨੂੰ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਸੀਂ ਕਿਉਂ ਆਏ ਹਾਂ, ਕਿ ਸਾਡਾ ਨਾਂ ਇੱਕ ਆਡੀਓ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਸਾਰੇ ਪੰਜਾਬ ਨੂੰ ਨਹੀਂ ਪੂਰੇ ਦੁਨੀਆ ਨੂੰ ਕਹਿਤਾ ਕਿ ਉੱਥੇ ਇਕੱਠੇ ਹੋਵੋ ਬਈ ਹੀਰਾ ਐਂਡ ਪਾਰਟੀ ਉੱਥੇ ਸਾਨੂੰ ਗੁਰੂ ਘਰ ਨਹੀਂ ਬਣਾਉਣ ਦੇ ਰਹੀ, ਜਦੋਂ ਕਿ ਸਾਡਾ ਕੋਈ ਲੈਣ ਦੇਣ ਹੀ ਨਹੀਂ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਕੋਈ ਲੈਣ ਦੇਣ ਨਹੀਂ ਹੈ। ਜ਼ਮੀਨ ਦੇ ਮਾਲਕ 12 ਹੈ ਔਰ 12 ਦੇ ਵਿੱਚੋਂ ਬਦਕਿਸਮਤੀ ਕਹਿ ਲਓ
ਕੋਇਨਸੀਡੈਂਸ ਕਹ ਲਓ ਕਿ 3 ਕਿੱਲੇ ਮੇਰੇ ਘਰ ਵਾਲੀ ਦੇ ਨਾਂ ਤੇ ਹੈ। ਹੁਣ ਅਸੀਂ ਉਹ ਕਿਵੇਂ ਛੱਡ ਦਈਏ 3 ਕਿੱਲੇ? ਨਹੀਂ ਤੁਸੀਂ ਮਤਲਬ ਉਹ ਆਪਣੀ 18 ਕਿੱਲੇ ਜਿਹੜੀ ਆ ਉਹ ਆਪਣੀ ਉਹਦੇ ਵਿੱਚ ਬਣਾਉਣਾ ਚਾਹੁੰਦੇ ਆ ਜਾਂ ਉਹ ਸਾਰੀ ਤੇ ਬਦਲਣਾ ਚਾਹੁੰਦੇ 113 ਕਨਾਲਾਂ ਜ਼ਮੀਨ ਜਿਹੜੀ ਹੈ ਉਹ ਇਕੱਠੀ ਸਾਂਝਾ ਮੁਸ਼ਤਰਕਾ ਹੈ। ਜਦੋਂ ਤੱਕ ਉਹਦੀ ਵੰਡ ਨਹੀਂ ਹੋਏਗੀ, ਕਿਵੇਂ ਪਤਾ ਲੱਗੇਗਾ ਪੂਨਮ ਹੀਰਾ ਦੀ ਕਿਹੜੀ ਹੈ ਔਰ ਬਾਕੀ 10 ਜਣਿਆਂ ਦੀ ਕਿਹੜੀ ਹੈ? ਮਤਲਬ ਸਾਰੀ ਇਕੱਠੀ ਇੱਕੋ ਹੀ ਜਗ੍ਹਾ ਹੈ, ਇੱਕੋ ਟੋਟਾ ਹੈ। ਉਹਦੀ ਵੰਡੀ ਨਹੀਂ। ਔਰ ਉਹਦੇ ਤੇ ਜਿਹੜੀ ਲੋਕਾਂ ਵਾਲੀ ਸੜਕ ਹੈ ਉਹਦੇ ਤੇ ਉਹ ਲੋਕਾਂ ਵਾਲੀ ਸੜਕ ਤੇ ਸਾਰੀ ਤੇ ਇੱਟਾਂ ਸਿੱਟ ਕੇ ਉੱਥੇ ਕੰਸਟਰਕਸ਼ਨ ਕਰਨੀ ਚਾਹੁੰਦੇ ਨੇ, ਬਾਕੀਆਂ ਨੂੰ ਰਸਤਾ ਕਿੱਥੋਂ ਮਿਲੇਗਾ? ਇਹਨਾਂ ਸਾਰਿਆਂ ਨੇ ਇਕੱਠਿਆਂ ਨੇ ਲਈ ਸੀ ਇਹ ਜਗ੍ਹਾ ਜਾਂ ਖਰੀਦੀ ਆ ਇਹ ਸਾਰਿਆਂ ਦਾ ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਕਦੋਂ ਕਿਹਨੇ ਖਰੀਦੀ? ਹੋ ਸਕਦਾ ਕਿਸੇ ਦੇ ਪਿਓ ਦਾਦੇ ਨੇ ਖਰੀਦੀ ਹੋਵੇ, ਕਿਸੇ ਦੇ 113 ਕਨਾਲਾਂ ਹੈ, ਕਿਸੇ ਨੇ ਕਦੋਂ ਖਰੀਦੀ ਇਹ ਮੈਟਰ ਨਹੀਂ ਹੈ। ਮੈਂ ਤੁਹਾਡੀ ਗੱਲ ਤੋਂ ਇਹ ਲੱਗਦਾ ਪਿਆ ਕਿ ਮਾਮਲਾ ਤਕਸੀਮ ਦਾ ਵੀ ਹੈ, ਮਾਮਲਾ ਰਸਤੇ ਦਾ ਵੀ ਹੈ ਕਿ ਜਿਹੜੇ ਬਾਕੀ ਲੋਕ ਹੈ ਉਹਨਾਂ ਨੂੰ ਰਸਤਾ ਕਿੱਥੋਂ ਦਿੱਤਾ ਜਾਏਗਾ। ਜੇ ਲੁੱਕ ਵਾਲੀ ਸੜਕ ਤੇ ਇੱਕ ਪਾਰਟੀ ਜਾਂ ਇੱਕ ਪੂਨਮ ਹੀਰਾ, ਹੁਣ ਉੱਥੇ ਸਾਡਾ ਦਬਦਬਾ ਹੈ, ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ, ਉਦਾਹਰਨ ਦੇ ਤੌਰ ਤੇ ਦੂਸਰੇ ਤਰ੍ਹਾਂ ਨਾ ਲਿਓ, ਪਹਿਲਾਂ ਸੁਣ ਲਓ। ਮੰਨ ਲਓ ਮੇਰਾ ਦਬਦਬਾ ਹੈ, ਮੈਂ ਦਾਂਗ ਵਾਲਾ ਹਾਂ, ਮੈਂ ਲੋਕਾਂ ਵਾਲੀ ਸਾਰੀ 3 ਕਿੱਲੇ ਘੇਰ ਲੈਣਾ, ਬਾਕੀ ਕਿੱਧਰੋਂ ਦੀ ਲੰਘਣਗੇ? ਇਹ ਲੋਕਲ ਹੀ ਸੜਕ ਉਹੀ ਜਿਹੜੀ ਚੱਲ ਰਹੀ ਹੈ। ਹਾਂਜੀ ਉਹੀ ਪਿਛਲੇ ਮੰਦਰ ਨੂੰ ਜਾਂਦੀ ਹੈ। ਹਾਂਜੀ ਉਹੀ ਹੈ। ਹੁਣ ਲੋਕ ਵਾਲੀ ਸੜਕ ਤੇ ਹਰੇਕ ਚਾਹੇਗਾ ਕਿ ਮੈਨੂੰ ਰਸਤਾ ਮਿਲੇ, ਜਾਂ ਮੈਨੂੰ ਲੋਕ ਵਾਲੀ ਸੜਕ ਤੇ ਜ਼ਮੀਨ ਮਿਲੇ ਜਾਂ ਮੈਨੂੰ ਵਿੱਚ ਦੀ ਰਸਤਾ ਮਿਲੇ। ਉਹ ਪ੍ਰਸ਼ਾਸਨ ਦੇ ਸਕਦਾ ਹੈ, ਔਰ ਉਹ ਪ੍ਰਸ਼ਾਸਨ ਜਿਹੜਾ ਉਹਦੇ ਕੋਲ ਸਾਰਿਆਂ ਨੇ ਆਪਣੀ ਆਪਣੀ ਗੁਹਾਰ ਲਾਈ ਹੋਈ ਹੈ। ਜਿੰਨਾ ਚਿਰ ਕੋਈ ਆਰਡਰ ਅਦਾਲਤ ਦਾ ਨਹੀਂ ਆਉਂਦਾ, ਤਕਸੀਮ ਨਹੀਂ ਆਉਂਦੀ, ਉਹਨਾਂ ਚਿਰ ਅਸੀਂ ਤਾਂ ਰਾਏ ਦੇ ਸਕਦੇ ਹਾਂ ਸਾਰਿਆਂ ਨੂੰ, ਉਸ 113 ਕਨਾਲ ਵਾਲਿਆਂ ਨੂੰ, ਬਈ ਭਾਈ ਉਹਨਾਂ ਚਿਰ ਉਹਦੇ ਵਿੱਚ ਕਾਨੂੰਨ ਨੂੰ ਨਾ ਤੋੜਿਆ ਜਾਵੇ। ਇਹ ਪਹਿਲਾਂ ਤੁਹਾਡੇ ਸਾਥੀ ਸੀਗੇ, ਸਾਰੇ ਇਕੱਠੇ ਹੀ ਸੀਗੇ, ਤੁਸੀਂ ਜਦੋਂ ਜ਼ਮੀਨ ਲਈ ਹੈ ਉਦੋਂ ਇਕੱਠੇ ਹੀ? ਅਸੀਂ ਕਿੱਦਾਂ ਇਕੱਠੇ ਹੋਵਾਂਗੇ? ਟਰਸਟ ਬਣਾਇਆ ਸੀ, ਜਿਹੜਾ ਸੰਸਥਾ ਬਣਾਈ ਸੀ, ਇਕੱਠੇ ਚਲਾ ਰਹੇ ਕਿਹਨਾਂ ਨੇ ਟਰਸਟ ਬਣਾਇਆ? ਜਿਹੜੇ ਉੱਥੇ ਆਪਾਂ ਚੈਨਲ ਬਰਾਬਰ ਚਲਾ ਰਹੇ ਸੀਗੇ। ਬਾਬਾ ਜੀ ਫੇਰ ਤੁਸੀਂ ਗੱਲ ਨੂੰ ਜਾ ਰਹੇ ਹੋ, ਸੁਣੋ, ਲਾ ਦਿਓ ਪੱਟੀ, ਤੁਸੀਂ ਗੱਲ ਨੂੰ ਜਾ ਰਹੇ ਹੋ, ਗੱਲ ਨੂੰ ਸਮਝੋ, ਸੁਣੋ ਧਿਆਨ ਨਾਲ। 113 ਕਨਾਲ ਦਾ ਟੋਟਾ ਪਿਆ ਕਿਤੇ ਦੂਰ, ਹੁਣ ਕਿਹਦਾ ਸਾਨੂੰ ਕੀ ਪਤਾ? ਉਹਦੇ ਵਿੱਚ ਇੱਕ ਪਾਰਟੀ ਆ ਕੇ ਲੋਕਾਂ ਦੀ ਸੜਕ ਤੇ ਉੱਥੇ ਆਪਣਾ ਗੁਰੂ ਘਰ ਸਾਰਦੀ ਹੈ। ਹੁਣ ਉੱਥੇ ਗੁਰੂ ਘਰ ਸਾਰਿਆ ਜਾਵੇ ਜਾਂ ਕੁਝ ਵੀ ਸਾਰਿਆ ਜਾਵੇ, ਲੇਕਿਨ ਉਹਨੂੰ ਪ੍ਰੋਪਰ ਤਕਸੀਮ ਕਰਕੇ ਜਿੰਨੀ ਉਹਦੀ ਜਗ੍ਹਾ ਬਣਦੀ, ਜਿੱਥੇ ਬਣਦੀ ਉੱਥੇ ਸਾਰ ਲਵੇ। ਲੇਕਿਨ ਤੁਹਾਡੀ ਆਪਣਾ ਘਰ ਹੈ, ਤੁਹਾਡੇ ਆਪਣੇ ਬੱਚੇ ਹੈ, ਕੱਲ ਨੂੰ ਜੇਕਰ ਅਲੱਗ-ਅਲੱਗ ਹੁੰਦੇ ਤੁਸੀਂ ਤਕਸੀਮ ਕਰਕੇ ਦਿਓਗੇ, ਲੇਕਿਨ ਰਸਤਾ ਸਾਰਿਆਂ ਨੂੰ ਦਿਓਗੇ। ਇਦਾਂ ਹੀ ਪ੍ਰਸ਼ਾਸਨ ਹੈ, ਪ੍ਰਸ਼ਾਸਨ ਰਸਤਾ ਦੇ ਦੇਵੇ ਸਾਰਿਆਂ ਨੂੰ ਤੇ ਵੰਡ ਕੇ ਦੇ ਦੇਵੇ। ਹੁਣ ਜਦੋਂ ਇੱਕ ਡਿਗਰੀ ਹੋਈ ਹੈ, ਡਿਗਰੀ ਨੂੰ ਨਹੀਂ ਮੰਨ ਰਹੇ, ਇਹਦਾ ਮਤਲਬ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹੋ। ਜਿਹੜੇ ਸ਼ਰਾਰਤੀ ਅੰਦਰ ਨੰਬਰਿੰਗ ਨਹੀਂ ਹੈ, ਜਗ੍ਹਾ ਨੰਬਰਿੰਗ ਕੀ, ਜਿੱਦਾਂ ਮੰਨ ਲਓ ਮੇਰੇ ਨੰਬਰ ਦੇ ਵਿੱਚ ਆਹ ਨੰਬਰਾਂ ਦੇ ਵਿੱਚ ਆਹ ਤੁਹਾਡੇ ਹਿੱਸੇ 'ਚ ਆਹ ਨੰਬਰ ਜਿਹੜੇ ਆ ਰੈਵਨਿਊ ਜਿਹੜਾ ਨਾ, ਰੈਵਨਿਊ ਕਿਸੇ ਪਟਵਾਰੀ ਨਾਲ ਤੁਸੀਂ ਇਹਦੀ ਕਾਪੀ ਲੈ ਲਓ, ਕਿਉਂਕਿ ਮੈਂ ਤਾਂ ਇਹਨਾਂ ਰੈਵਨਿਊ ਬਾਰੇ ਜਾਣਦਾ ਨਹੀਂ। ਅਸੀਂ ਤਾਂ ਸਿਰਫ ਸਿੱਧਾ ਪੜ੍ਹ ਸਕਦੇ ਵੀ ਅਦਾਲਤ ਨੇ ਪੂਨਮ ਹੀਰਾ ਨੂੰ ਡਿਗਰੀ ਦੇ ਦਿੱਤੀ ਹੈ, ਇਹ ਤੇ ਕੰਸਟਰਕਸ਼ਨ ਨਹੀਂ ਹੋਏਗੀ। ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਬਈ ਆਹ ਕਾਨੂੰਨ ਜਿਹੜਾ ਹੈਗਾ ਅਦਾਲਤ ਦਾ, ਇਹਨੂੰ ਲਾਗੂ ਕਰਾਇਆ ਜਾਵੇ। ਉੱਥੇ ਕੋਈ ਰੌਲਾ ਰੱਪਾ ਨਾ ਪਵੇ, ਉੱਥੇ ਕੋਈ ਧੱਕੇ ਨਾਲ ਆ ਕੇ ਐਤਵਾਰ ਨੂੰ ਸ਼ਨੀਵਾਰ ਰਾਤ ਨੂੰ ਕੰਸਟਰਕਸ਼ਨ ਨਾ ਕਰੇ। ਸਾਡਾ ਤਾਂ ਇੰਨਾ ਹੀ ਹੈ, ਤੇ ਸਾਡਾ ਨਾਂ ਨਾ ਲਿਆ ਜਾਵੇ ਵੀ ਅਸੀਂ ਲੜ ਰਹੇ ਹਾਂ, ਸਾਡਾ ਕੋਈ ਲੈਣ ਦੇਣ ਨਹੀਂ ਉਹਦੇ ਵਿੱਚ, ਨਾ ਆਲ ਇੰਡੀਆ ਪਰਮਿਸ਼ਨ ਦਾ ਤੇ ਨਾ ਹੀ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਸ਼੍ਰੀ ਚਰਨ ਛੋਹ ਮੰਦਰ ਹੈ। ਬਾਬਾ ਜੀ ਆਡੀਓ ਸੁਣਾਓ। ਇਹ ਜਿਹੜੇ ਹੈਗੇ ਲੋਕ ਇਹਨਾਂ ਦੀ ਕਿੰਨੀ ਜਗ੍ਹਾ? 18 ਕਨਾਲਾਂ ਜੀ, 2.5 ਕਿੱਲੇ, ਇਹਨਾਂ ਦੇ 14 ਲੋਕ 18 ਕਨਾਲ। 18 ਕਨਾਲਾਂ ਨੇ ਤੁਹਾਨੂੰ ਕੰਮ ਕੀਤਾ। ਹਾਂਜੀ, ਤੇ ਇਹਦੇ ਬਾਰੇ ਤਕਸੀਮ ਬਾਰੇ ਕੋਈ ਤੁਸੀਂ ਪੈਰਵਾਈ ਕੀਤੀ ਹੈ? ਪੈਰਵਾਈ ਹੋ ਕੇ ਜਾਂ ਸਟੇ ਲੱਗਿਆ ਜੀ? ਤਕਸੀਮ ਬਾਰੇ ਕੀ ਆਰਡਰ ਹੈ? ਤਕਸੀਮ ਹੋਈ ਨਹੀਂ, ਤਕਸੀਮ ਅਜੇ ਹੋਈ ਨਹੀਂ ਹੈਗੀ। ਤਕਸੀਮ ਤੁਸੀਂ ਅਪਲਾਈ ਕੀਤਾ ਤਹਿਸੀਲਦਾਰ ਦੇ ਐਸਡੀਐਮ? ਅਸੀਂ ਜਦੋਂ ਬਣਾਉਣਾ ਆਏਗਾ ਅਸੀਂ ਤਕਸੀਮ ਲਈ ਅਪਲਾਈ ਕਰਾਂਗੇ। ਜਦੋਂ ਮੈਂ ਵਿਹਲਾ ਹੋਊਂਗਾ ਮਿਸ਼ਨ ਤੋਂ, ਜੇ ਮੈਂ ਕੁਝ ਬਣਾਉਣਾ ਹੋਏਗਾ ਫਿਰ ਮੈਂ ਤਕਸੀਮ ਲਈ ਅਪਲਾਈ ਕਰ ਦਾਂਗਾ। ਮੇਰੇ ਕੋਲ ਤਾਂ ਹੋਰ ਹੀ ਟਾਈਮ ਨਹੀਂ ਹੈਗਾ। ਇਸ ਜਗ੍ਹਾ ਤੇ ਤੁਸੀਂ ਚਾਹੁੰਦੇ ਹੋ ਕਿ ਕੁਝ ਉਸਾਰੀ ਨਾ ਹੋਵੇ, ਕੁਝ ਨਾ ਬਣੇ? ਨਹੀਂ, ਇੱਥੇ ਉਸਾਰੀ ਹੋਵੇ। ਜਿਹੜੇ 10 ਘਰ ਹੈਗੇ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਨੂੰ ਸੱਦ ਕੇ ਪ੍ਰਸ਼ਾਸਨ ਤਕਸੀਮ ਕਰ ਦੇਵੇ, ਸਾਰਿਆਂ ਨੂੰ ਰਸਤਾ ਦੇਵੇ, ਸਾਰਿਆਂ ਨੂੰ ਜ਼ਮੀਨ ਦੇ ਹਿਸਾਬ ਨਾਲ ਉਹਦੀ ਜਿਹੜੀ ਹੈ ਤਕਸੀਮ ਕਰਕੇ ਵੰਡ ਪਾ ਦੇਵੇ, ਤੇ ਆਪਣੇ ਆਪਣੀ ਤਕਸੀਮ ਦੇ ਵਿੱਚ ਜਿਹੜਾ ਜੋ ਬਣਾਉਣਾ ਚਾਹੁੰਦਾ ਬਣਾਵੇ। ਠੀਕ ਹੈ ਜੀ। ਆਡੀਓ ਕਹਿੰਦੇ ਅਸੀਂ ਸੁਣਨੀ ਹੈ। ਹਾਂਜੀ ਹਾਂਜੀ ਉਹ ਸੁਣਾਓ। ਆ ਰਹੇ ਸਾਰੇ ਮਾਈਕ ਦੇ ਅੱਗੇ ਲਾਓ। ਮਾਈਕ ਤੇ ਕਰੋ।
मैं बेनती करूँगा प्रैस ਨੂੰ ਵੀ ਇਹਨੂੰ ਆਪਾਂ मतलब कि शांति वाले पासे लेके जाना है। सच्ची गल जी है उही दसनी है, आप किसी के खिलाफ कोई भड़काऊ प्रचार नहीं है। सिर्फ जो तत्थ है तत्थों के आधार पर जो शरारती आंसर है सिर्फ उन्होंने कहा जाए, क्योंकि इतने मैं क्लीयर कर देना चाहना कि असी टैलीफोन किया 3 दिन पहला किसी महापुरुषों को बई तुहाडा तो नहीं ये पिछे कुछ मतलब तुसी तो नहीं करवा रहे, तो उन्होंने कहा असी तो शांति के पुंज आ, साडा कोई लैन देन नहीं किसी शरारती आंसर का। इस करके धार्मिक जिहड़ियां ऑर्गेनाइजेशन है भावें साडी होवे भावें किसी होर दी होवे, उन्हां दा इहदे विच मैनूं नहीं लगता कोई डायरैक्ट हत्थ है। तो इस करके जिहड़े शरारती आंसर ना दस्से तुहानूं यही कर रहे बेगमपुरा ना दा कोई कस्टमर इनडायरेक्टली वैसे ही गाने बनाए हैं ना बाबा जी ऐसा तो नहीं कोई इनडायरेक्टली हाँ जी ਜਿਹੜਾ ਬਣਾਇਆ ਨਾਲ ਇਹਨਾਂ ਗੱਲਬਾਤ ਰਾਬਤਾ ਕਾਇਮ ਕੀਤਾ ਉਹ ਗੱਲ ਹੋਈ ਹੈ ਕਿ ਰਾਬਤਾ ਡਾਇਰੈਕਟ ਨਹੀਂ ਹੋਇਆ। ਜਿਹੜੇ ਪ੍ਰਸ਼ਾਸਨ ਹੈ ਜਦੋਂ ਇਹ ਬਣਾਉਣ ਲੱਗ ਪਏ ਤੇ ਫਿਰ ਅਸੀਂ ਮਾਨਯੋਗ ਡੀਐਸਪੀ ਨੂੰ ਤੇ ਤਹਿਸੀਲਦਾਰ ਸਾਹਿਬ ਨੂੰ ਦੱਸਿਆ ਵੀ ਤੁਹਾਡੇ ਕੋਲ ਤਾਂ ਰਿਕਾਰਡ ਪਿਆ ਤਹਿਸੀਲਦਾਰ ਸਾਹਿਬ ਨੂੰ। ਅਸੀਂ ਕਿਹਾ ਵੀ ਆ ਤੁਹਾਡੇ ਕੋਲ ਤੁਸੀਂ ਚੜਾਇਆ ਸੀ ਕੰਪਿਊਟਰ ਵਿੱਚ ਤੇ ਤੁਸੀਂ ਇਹ ਆ ਕੇ ਦੱਸੋ। ਉਹਨਾਂ ਨੇ ਫਿਰ ਆ ਕੇ ਦੱਸਿਆ ਉਹਨਾਂ ਨੂੰ ਵੀ ਆਪਣੇ ਘਰੇ ਚਲੇ ਜਾਓ, ਵੀ ਜੇ ਕੋਈ ਤੁਹਾਡੀ ਗੱਲਬਾਤ ਹੈ ਤੇ ਤੁਸੀਂ ਐਸਡੀਐਮ ਸਾਹਿਬ ਦੇ ਆ ਜਾਓ, ਉੱਥੇ ਬੈਠ ਕੇ ਆਪਾਂ ਦੋਨਾਂ ਦੇ ਕਾਗਜ਼ ਦੇਖ ਲਾਂਗੇ। 1 ਤਰੀਕ ਦਾ ਸਮਾਂ ਸੀ, ਕੱਲ ਅਸੀਂ ਗਏ ਸੀ, ਲੇਕਿਨ ਐਸਡੀਐਮ ਸਾਹਿਬ ਜਿਹੜੇ ਹੈਗੇ ਉਹਨਾਂ ਕੋਲ ਵਾਧੂ ਚਾਰਜ ਹੈ, ਉਹ ਦਸੂਗਾ ਤੋਂ ਆਉਂਦੇ ਆ, ਕੱਲ ਉਹ ਆਏ ਨਹੀਂ 1 ਤਰੀਕ ਨੂੰ। ਇਸ ਕਰਕੇ ਉਹ ਜਿਹੜੀ ਅਸੀਂ ਕੋਈ ਗੱਲਬਾਤ ਕਰਨੀ ਸੀ ਉਹ ਨਹੀਂ ਹੋ ਸਕੀ। ਬਾਬਾ ਜੀ ਕਿਸੇ ਵੀ ਧਾਰਮਿਕ ਸੰਸਥਾ ਦਾ ਡਾਇਰੈਕਟਲੀ ਤੁਸੀਂ ਕਹਿੰਦੇ ਕਿ ਨਹੀਂ ਤੇ ਇਨਡਾਇਰੈਕਟਲੀ ਇੰਡਾਇਰੈਕਟਲੀ ਗੁਰੂ ਦਾਸ ਮਹਾਰਾਜ ਜਾਣਦੇ ਆਪਾਂ ਸਭ ਕੁਝ ਤਾਂ ਨਹੀਂ ਜਾਣਦੇ ਨਾ, ਗੁਰੂ ਮਹਾਰਾਜ ਤੇ ਵੀ ਕੁਝ ਛੱਡਣਾ ਪੈਂਦਾ। ਬਾਕੀ ਸਾਡਾ ਇੱਕ ਹੋਰ ਵੀ ਕਾਰਨ ਹੈ ਇਸ ਕੇਸ ਦੇ ਵਿੱਚ ਸਪਸ਼ਟੀਕਰਨ ਦੇਣ ਦਾ, ਕਿਉਂਕਿ ਜਦੋਂ ਨਾ ਕੋਈ ਔਰਤ ਮਾੜਾ ਮੋਟਾ ਕੋਈ ਕੰਮ ਕਰਦੀ ਹੈ ਤੇ ਉਹਦੇ ਤੇ ਉਹਨਾਂ ਨੂੰ ਬੜਾ ਧੱਕਾ ਮਾਰਿਆ ਜਾਂਦਾ, ਧੱਕਾ ਹਰੇਕ ਖੇਤਰ ਵਿੱਚ। ਭਾਵੇਂ ਹੁਣ ਪ੍ਰੈਸ 'ਚ ਹੀ ਆਪਾਂ ਦੇਖੀਏ ਤੇ ਕਿੰਨੀਆਂ ਸਾਡੀਆਂ ਬੀਬੀਆਂ ਪ੍ਰੈਸ ਦੇ ਵਿੱਚ ਬੈਠੀਆਂ। ਭਾਵੇਂ ਅਸੀਂ ਚਾਹੁੰਦੇ ਕਿ ਔਰਤ ਵੀ ਅੱਗੇ ਵਧੇ ਤੇ ਔਰਤ ਨੂੰ ਵੀ ਜੇ ਕੋਈ ਕੰਮ ਕਰਨਾ ਚਾਹੁੰਦੀ ਤੇ ਉਹਨੂੰ ਮਤਲਬ ਲਲਕਾਰਿਆ ਪਛਾੜਿਆ ਨਾ ਜਾਵੇ, ਉਹਨੂੰ ਵੀ ਮੌਕਾ ਦਿੱਤਾ ਜਾਵੇ ਵੀ ਉਹ ਵੀ ਅੱਗੇ ਆ। ਨਹੀਂ ਬਾਬਾ ਜੀ ਅੱਜ ਨਹੀਂ ਇਹ ਗੱਲ, ਅੱਜ ਨਹੀਂ ਔਰਤ ਲਗਾਣੀ। ਪ੍ਰੈਕਟੀਕਲ ਤਾਂ ਗਿਣ ਲਓ, ਪ੍ਰੈਕਟੀਕਲ ਤਾਂ ਗਿਣ ਲਓ, ਸਾਡੇ ਪਹਿਲਾਂ ਗਿਣ ਲਓ। ਚਲੋ ਤੁਸੀਂ ਛੱਡ ਦਿਓ, ਸਾਡੇ ਤੇ ਲਾ ਲਓ। ਅਸੀਂ ਕਿੰਨੀਆਂ ਬੀਬੀਆਂ ਲੈ ਕੇ ਆਏ, ਸਾਡੇ ਤੇ ਲਾ ਲਓ। ਅਸੀਂ ਮੰਨਦੇ ਹਾਂ ਨਾ, ਸਾਡੇ ਤੇ ਲਾ ਲਓ। ਸਾਰੀਆਂ ਸਾਡੇ ਤੇ ਹਾਵੀ ਆ। ਨਹੀਂ ਨਹੀਂ ਸਾਡੇ ਤੇ ਲਾ ਲਓ, ਆ ਸਾਡੇ ਤੇ ਲਾ ਲਓ। ਕਿੰਨੀਆਂ ਬੀਬੀਆਂ ਬੈਠੀਆਂ, ਮਾਪਿਆਂ ਨੂੰ ਦੇ ਦਿਓ, ਮਾਪੇ ਕਿੰਨੀ ਕੁ ਪ੍ਰਤੀ ਜਦੋਂ ਇਹਨੇ ਬੋਲਣਾ ਸ਼ੁਰੂ ਕਰਨਾ ਫਿਰ ਚੁੱਪ ਕਰ ਜਾਂਦੇ। ਨਹੀਂ ਨਹੀਂ ਬੀਬੀਆਂ ਦੀ ਰਿਪਰੈਜ਼ੈਂਟੇਸ਼ਨ ਦੇਖ ਲਓ, ਸਾਡੇ ਵੱਲੋਂ ਮਾਪਿਆਂ ਵੱਲੋਂ ਮਰੇ ਦੋ ਹੀ ਬੀਬੀਆਂ ਸਾਡੇ ਕੋਲ। ਭਾਵੇਂ 2 ਹੀ ਆ ਨਾ ਹਾਂਜੀ। ਤੇ ਮਰੇ ਫਿਰ ਵੀ ਮੁੱਖ ਮੰਤਰੀ ਹੋ ਗਈ ਆ, ਭਾਵੇਂ 2 ਹੀ ਆ, ਪ੍ਰਧਾਨ ਮੰਤਰੀ ਉੱਪਰ ਹੋ ਗਈ ਆ, ਬਾਬੇ ਆਡੀਓ ਸੁਣਾ ਦਿਓ ਫਿਰ ਉੱਠ ਜਾਣਾ ਸਾਰੇ। ਲਓ ਜੀ। ਰਾਸ਼ਟਰਪਤੀ ਉੱਪਰ ਅਗਲੀ ਹੋਈ ਆ। ਕਹਿੰਦੇ ਆ ਕੜਛੀ ਮਾਰੂ ਬੁੱਲਾਂ ਤੇ ਜੇ ਚੂੰਟਾ ਕੀਤੀ। ਤੇਰੀ ਸਿਹਤ ਤੇ ਤਾਂ ਕੋਈ ਅਸਰ ਨਹੀਂ, ਕਿਤੇ ਲੱਗੀ ਨਹੀਂ ਹੋਈ, ਕਿਤੇ ਲੱਗੀ ਨਹੀਂ ਹੋਈ, ਆ ਨਹੀਂ ਕਹੀ ਜਾਂਦਾ। ਇਹ ਚਲਾਉਣ ਲੱਗੇ ਜੀ। ਮਾਈਕ ਦੇ ਕੇ ਕਰ। ਮਾਈਕ ਨਹੀਂ ਬਾਬਾ ਥੱਲੇ ਆਉਂਦਾ ਮਾਈਕ। ਇੱਧਰ ਤਕਰੀਬਨ ਬੰਦ ਜਾਂਦੀ ਆਇਓ ਯਾਰ ਥੱਲੇ। ਬਾਬਾ ਜੀ ਮਾਈਕ ਥੱਲੇ। ਹਾਂਜੀ ਨਹੀਂ 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 ਫੋਨ ਉੱਪਰ ਕਰੋ। ਸਪੀਕਰ ਬਾਬਾ ਹੀ ਬਾਬਾ ਜੀ ਸਪੀਕਰ ਕਰੋ ਨਾ ਓਕੇ। ਬਾਬਾ ਨੂੰ ਨਹੀਂ ਆਉਂਦਾ ਕੁਝ ਕਰੇਗੀ ਬਾਬਾ। ਐਦਾਂ ਕਦੇ ਹੋ ਹੀ ਨਹੀਂ ਸਕਦਾ ਮਾਰੇ। ਹਾਂਜੀ ਫਾਰਵਰਡ ਸਾਰਿਆਂ ਦੇ ਕਰ ਦਿੰਦੇ ਆ, ਸੁਣਾ ਦਿੰਦੇ ਆ ਇੱਕ ਵਾਰੀ ਸੁਣ ਲਓ। ਸੁਣਨੀ ਬਹੁਤ ਜ਼ਰੂਰੀ ਹੈ। ਨਹੀਂ ਲੱਭ ਰਹੀ ਬਾਬਾ। ਲੱਭ ਗਈ ਆ ਦੇਖੋ, ਚੱਲਦਾ ਕਿਵੇਂ ਬਸ ਇਹ ਨਹੀਂ ਪਤਾ ਲੱਗਦਾ। ਤੁਸੀਂ ਨਾ ਆਵੀ ਨਾ ਉਹ ਵਿਚਾਰ ਨੂੰ ਅੱਗੇ ਨੂੰ ਧੱਕੀ ਜਾਇਆ ਕਰੋ। ਹਾਂਜੀ ਮੇਰੀ ਗੱਲ ਸੁਣੋ ਆ ਲਓ ਜੀ, ਆ ਲੱਗ ਗਿਆ ਜੀ। ਕਲੋਜ਼ ਕਰ ਲਓ। ਹੋ ਗਏ ਚਲੋ। ਬਾਬੇ ਬਾਅਦ ਚ ਪਾਰੀਏ ਸਾਰੇ। ਉਹ ਯਾਰ ਉਹ ਸੁਣਨੀ ਆ ਆਡੀਓ ਪਿੱਛੇ ਹੋ ਜਾਓ ਮੈਨੂੰ। ਆਡੀਓ ਸੁਣੋ ਅੱਜ ਪਿੱਛੇ ਆਡੀਓ ਸੁਣਾਓ ਸਰ। ਆ ਇੱਧਰ ਸਪੀਕਰ ਥੱਲੇ ਕਰੋ ਦੇਖੋ ਜੀ। ਉੱਪਰ ਕਰੋ। ਆ ਮਾਈਕ ਨੇ ਇੱਥੇ ਕਰੋ। ਹਾਂ ਮੈਂ ਦੁਬਾਰਾ ਤੋਂ ਕਰਦਾ, ਹੁਣ ਠੀਕ ਹੋ ਗਿਆ। ਹਾਂਜੀ ਆਪ ਕਰ ਦੋ ਕਰਦੇ। ਦੇਖੋ ਵੋਲਿਊਮ ਤੇਜ਼ ਕਰ ਲਓ ਫੋਨ। ਆਵਾਜ਼ ਕਰ ਵੋਲਿਊਮ ਫੁੱਲ ਕਰ ਦਿਓ। ਇੰਨੀ ਹੈ ਬਤਾ ਆਵਾਜ਼। ਪਾਪਾ ਹੀ ਮਾਈਕ ਇੱਧਰ ਆ। ਹਾਂ ਗੁਰੂ ਘਰ ਸਾਰਾ ਵਾਸਤੇ ਦੀ ਨੀਹਾਂ ਭਰਨ ਦਾ ਕੰਮ ਕੀਤਾ ਜਾ ਰਿਹਾ ਸੀ, ਸਵੇਰੇ ਸ਼ੁਰੂ ਕੀਤਾ।
ਔਰ ਉੱਥੇ ਜਿਹੜਾ ਪਾਰਟੀ ਨੇ ਆ ਕੇ ਖਬਰਾਂ ਦਾ ਪਾਇਆ ਕੰਮ ਰੁਕਵਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਸਾਰੀਆਂ ਸੰਗਤਾਂ ਆਪਣੀਆਂ ਜਿਹੜੀਆਂ ਤੇ ਸੇਵਾਦਾਰ ਆਪਣੇ ਗਏ ਹੋਏ ਸੀ, ਜਿਨ੍ਹਾਂ ਦੇ ਵਿੱਚ ਫਗਵਾੜੇ ਤੋਂ ਵੀ ਸੰਗਤਾਂ ਸਨ ਤੇ ਫਨੌਰ ਤੋਂ ਵੀ ਸਨ ਤੇ ਆਲੇ ਜਲੰਧਰ ਤੋਂ ਵੀ ਸੰਗਤਾਂ ਸਨ, ਉਹ ਸਾਰੀਆਂ ਖਾਲਗੜ੍ਹ ਤੋਂ ਜੋ ਰਸਤੇ ਚੌਕੀ ਪੈਂਦੀ ਹੈ ਉੱਥੇ ਬੈਠੀਆਂ। ਸੋ ਜਿਹੜੀਆਂ ਸੰਗਤਾਂ ਜਿਹੜੀਆਂ ਆਲੇ ਦੁਆਲੇ ਗੁਰੂ ਗ੍ਰੰਥ ਸਾਹਿਬ ਦੇ ਸੰਗਤਾਂ ਸੌਣੀਆਂ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਵੀ ਕਿਰਪਾਲਤਾ ਕਰਨੀ ਝੁੱਗੀਆਂ ਚੌਕੀ ਦੇ ਵਿੱਚ। ਸੋ ਅਸੀਂ ਵੀ ਰਾਤ ਫਗਵਾੜੇ ਤੋਂ ਸਾਰੀਆਂ ਸੰਗਤਾਂ ਜਿਹੜੀਆਂ ਰਦਾਸੀਆਂ ਸਾਰੇ ਜਿਹੜੇ ਉੱਥੇ ਨੂੰ ਪਹੁੰਚ ਰਹੇ ਨੇ, ਉਹ ਜਾ ਰਹੇ ਨੇ, ਬਰਾਮ ਪਹੁੰਚ ਗਏ ਆ। ਬਰਾਮ ਤੋਂ ਵੀ ਅਸੀਂ ਰਾਜ ਢਿੱਡੂ ਰਾਜ ਨੂੰ ਨਾਲ ਲੈ ਲਿਆ, ਉਹ ਵੀ ਚੱਲ ਪਏ ਉਸੇ ਵੇਲੇ ਆਪਣੀ ਸਪੋਰਟ ਨਾਲ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਇਹਨਾਂ ਸਹਿਯੋਗ ਦੇਣ ਦੇ ਲਈ ਆਪਣੇ ਨਮਸਕਾਰ ਤੁਹਾਡੇ ਲਈ ਪਹੁੰਚੋ, ਤਾਂ ਜੋ ਆਪਾਂ ਗੁਰੂ ਦਾਸ ਮਹਾਰਾਜ ਦੇ ਨਾਮ ਦਾ ਝੰਡਾ ਬੁਲੰਦ ਕਰ ਸਕੀਏ। ਉੱਥੇ ਅੰਮ੍ਰਿਤਸਰੀ ਦਾ ਧਾਮ ਬਣਾ ਕੇ ਅੰਮ੍ਰਿਤਸਰੀ ਦਾ ਪ੍ਰਕਾਸ਼ ਕਰ ਸਕੀਏ। ਜੈ ਗੁਰੂ ਜੀ, ਧੰਨ ਗੁਰੂ ਜੀ। ਠੀਕ ਹੈ ਜੀ। ਉਹ ਪਿੱਛੇ ਗੱਲ ਕਰਨੀ ਉਹਨਾਂ ਨੇ ਸਵੇਰਾ ਵਾਲਿਆਂ ਨੇ, ਪਿੱਛੇ ਨੂੰ ਹੋਇਓ ਜਰਾ। ਹਾਂਜੀ ਬਾਬੇ ਅੱਗੇ ਕਰ ਲਓ ਬਾਬੇ, ਹੁਣ ਸ਼ਾਰਟ 'ਚ ਦੱਸੋ ਜਿਹੜੀ ਗੱਲ ਹੈ। ਆ ਗਏ ਸਾਰੇ?